Good morning, bete. Good morning, ma'am. How are you? I am fine. Okay, fine ही होने चाहिए हो ਤਾਂ ਅੱਜ ਤੁਹਾਡੀ ਮੈਥ ਦੀ ਕਲਾਸ ਵਿੱਚ ਤੁਹਾਡਾ ਵੈਲਕਮ ਕਰਦੀ ਹਾਂ ਤੇ ਨਾਲੇ ਵੈਲਕਮ ਕਰਦੀ ਹਾਂ ਆਪਣੇ ਚੈਨਲ ਕੁਆਲਿਟੀ ਐਜੂਕੇਸ਼ਨ ਮੌਕਾ ਤੇ ਤਾਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੀਆਂ ਪਿਛਲੀਆਂ ਵੀਡੀਓਜ਼ ਜਿੰਨੀਆਂ ਵੀ ਨੇ ਮੈਥਸ ਦੀ ਪਲੇਲਿਸਟ ਵਿੱਚ ਚੈੱਕ ਕਰ ਲਈਆਂ ਹੋਣੀਆਂ ਨੇ 14th ਚੈਪਟਰ ਨੂੰ ਵੀ ਚੰਗੀ ਤਰ੍ਹਾਂ ਕਰ ਲਿਆ ਹੋਣਾ ਇਮੀਡੀਏਟ ਮੋਡ ਵਾਲੇ ਨੂੰ ਅੱਜ ਆਪਾਂ ਕੀ ਕਰਨ ਜਾ ਰਹੇ ਹਾਂ ਅੱਜ ਆਪਣਾ ਟੌਪਿਕ ਹੈ ਨਾ ਜਿਹੜਾ ਉਹ ਆਪਣਾ ਟੌਪਿਕ ਹੈਗਾ ਪ੍ਰੋਬੇਬਿਲਿਟੀ ਦਾ ਸੰਭਾਵਨਾ ਦਾ ਠੀਕ ਹੈ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਕੁਝ ਗੱਲਾਂ ਪੁੱਛਦੀ ਆ ਐਗਜ਼ਾਮਪਲਸ ਦਿੰਨੀ ਆ ਤੇ ਤੁਸੀਂ ਦੇਖਿਆ ਜੀ ਕਿ ਪ੍ਰੋਬੇਬਿਲਿਟੀ ਇਹਦੇ ਵਿੱਚ ਹੀ ਹੈਗੀ ਜਿਹੜੀ ਗੱਲਾਂ ਮੈਂ ਕਰਨ ਜਾ ਰਹੀ ਆ ਫॉर ਐਗਜ਼ਾਮਪਲ ਦੇਖੋ ਜਦੋਂ ਤੁਸੀਂ ਐਗਜ਼ਾਮ ਦਿੰਦੇ ਹੋ ਪੇਪਰ ਦਿੰਦੇ ਹੋ ਨਾ ਤਾਂ ਐਗਜ਼ਾਮ ਦਿੰਦੇ ਹੋ ਤਾਂ ਐਗਜ਼ਾਮ ਦੇ ਵਿੱਚ ਤੁਸੀਂ ਕੀ ਚਾਹੁੰਦੇ ਹੁੰਦੇ ਹੋ ਕਿ ਅਸੀਂ ਪਾਸ ਹੋਈਏ ਜਾਂ ਫੇਲ ਹੋਈਏ ਆਬਵੀਅਸਲੀ ਤੁਸੀਂ ਨਾ ਵੀ ਬੋਲੋ ਤਾਂ ਮੈਨੂੰ ਪਤਾ ਹੈ ਤੁਸੀਂ ਕਹੋਗੇ ਜੀ ਪਾਸ ਹੋਈਏ ਇਹੀ ਕਹੋਗੇ ਲੇਕਿਨ ਜਦੋਂ ਆਪਾਂ ਪੇਪਰ ਦੇ ਕੇ ਆਉਂਦੇ ਆ ਤਾਂ ਕੋਈ ਵੀ ਬੰਦਾ ਪਾਸ ਵੀ ਹੋ ਸਕਦਾ ਹੈ ਫੇਲ ਵੀ ਹੋ ਸਕਦਾ ਹੈ ਤੇ ਰੀਪੀਅਰ ਵੀ ਆ ਸਕਦੀ ਹੈ ਕੰਪਾਰਟਮੈਂਟ ਵੀ ਆ ਸਕਦੀ ਹੈ ਇਹਦਾ ਮਤਲਬ ਹੈ ਕਿ ਜਦੋਂ ਵੀ ਕੋਈ ਘਟਨਾ ਕੋਈ ਇਵੈਂਟ ਹੈਪਨ ਹੁੰਦੀ ਹੈ ਵਾਪਰਦੀ ਹੈ ਤਾਂ ਉਹਦੇ ਬਹੁਤ ਸਾਰੇ ਪੋਸੀਬਲ ਰਿਜ਼ਲਟਸ ਹੁੰਦੇ ਆ ਉਹਦੇ ਬਹੁਤ ਸਾਰੀਆਂ ਸੰਭਾਵਨਾਵਾਂ ਜਿਹੜੀਆਂ ਨੇ ਹੁੰਦੀਆਂ ਨੇ ਜਿਵੇਂ ਮੈਂ ਹੁਣ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਐਗਜ਼ਾਮ ਦੇ ਕੇ ਆਉਂਦੇ ਆ ਪਾਸ ਹੋ ਸਕਦੇ ਆ ਫੇਲ ਹੋ ਸਕਦੇ ਆ ਤੇ ਰੀਪੀਅਰ ਵੀ ਆ ਸਕਦੀ ਹੈ ਯਾਨੀ ਤਿੰਨ ਕਿਹੜੇ ਰਿਜ਼ਲਟ ਹੋ ਗਏ ਪੋਸੀਬਲ ਰਿਜ਼ਲਟ ਹੋ ਗਏ ਲੇਕਿਨ ਤੁਹਾਡਾ ਫੇਵਰਿਟ ਰਿਜ਼ਲਟ ਕਿਹੜਾ ਇਹਦੇ ਵਿੱਚੋਂ ਪਾਸ ਹੋ ਜਾਣਾ ਭਾਵੇਂ ਤੁਸੀਂ ਪੜ੍ਹੇ ਹੋ ਤੇ ਚਾਹੇ ਤੁਸੀਂ ਨਹੀਂ ਪੜ੍ਹੇ ਤੁਸੀਂ ਇਹੀ ਚਾਹੋਗੇ ਕਿ ਅਸੀਂ ਪਾਸ ਹੋ ਜਾਈਏ ਦੂਸਰੀ ਐਗਜ਼ਾਮਪਲ ਜਦੋਂ ਆਪਾਂ ਲੂਡੋ ਖੇਡਦੇ ਹਾਂ ਤੁਸੀਂ ਸਾਰੇ ਖੇਡਦੇ ਹੋ ਮੈਂ ਵੀ ਖੇਡਦੀ ਹੁੰਦੀ ਸੀ ਜਾਂ ਹਾਂ ਲੂਡੋ ਖੇਡਦੇ ਹਾਂ ਤਾਂ ਲੂਡੋ ਦੇ ਵਿੱਚ ਜਿਹੜਾ ਡਾਈਸ ਹੁੰਦਾ ਜਿਹਨੂੰ ਡਾਈਸ ਬੋਲਦੇ ਆ DICE ਪੰਜਾਬੀ ਤੁਸੀਂ ਡੀਟਾ ਜੇ ਕਹਿ ਦਿੰਦੇ ਹੁੰਦੇ ਹੋ ਜਿਹੜਾ ਡਾਈਸ ਹੁੰਦਾ ਜਦੋਂ ਆਪਾਂ ਡਾਈਸ ਨੂੰ ਥਰੋ ਕਰਦੇ ਹਾਂ ਪਾਸੇ ਨੂੰ ਸਿੱਟਦੇ ਹਾਂ ਉਹਨੂੰ ਪੰਜਾਬੀ 'ਚ ਪਾਸਾ ਵੀ ਕਹਿ ਦਿੰਦੇ ਆ ਜਦੋਂ ਆਪਾਂ ਉਹਨੂੰ ਸਿੱਟਦੇ ਹਾਂ ਤੇ ਉਹਦੇ 6 ਸਾਈਡਸ ਹੁੰਦੀਆਂ ਨਾ 6 ਸਾਈਡਾਂ ਹੁੰਦੀਆਂ ਉਹਨਾਂ 6 ਸਾਈਡਸ ਤੇ 1 2 3 4 5 ਤੇ 6 ਲਿਖਿਆ ਹੋਇਆ ਹੁੰਦਾ when we start game ਜਦੋਂ ਅਸੀਂ ਗੇਮ ਨੂੰ ਸਟਾਰਟ ਕਰਦੇ ਆ ਅਸੀਂ ਕੀ ਚਾਹੁੰਦੇ ਹੁੰਦੇ ਆ ਕੀ ਆਣਾ ਚਾਹੀਦਾ 6 ਆਣਾ ਚਾਹੀਦਾ ਇਹਦਾ ਮਤਲਬ ਜਿਹੜੇ ਪੋਸੀਬਲ ਕੇਸਿਸ ਹੈ ਜਿਹੜੇ ਟੋਟਲ ਜਿਹੜੇ ਸੰਭਵ ਪਰਿਣਾਮ ਹੈ ਸੰਭਵ ਤਾਂ 6 ਹੋ ਗਏ ਫਿਰ 6 ਹੋ ਗਏ ਵੀ 1 ਵੀ ਆ ਸਕਦਾ 2 ਵੀ 3 ਵੀ 4 ਵੀ 5 ਵੀ ਤੇ 6 ਵੀ ਲੇਕਿਨ ਤੁਹਾਡਾ ਫੇਵਰਿਟ ਕਿਹੜਾ ਹੈ ਤੁਸੀਂ ਕੀ ਚਾਹੁੰਦੇ ਹੋ 6 ਆਵੇ ਕਈ ਵਾਰੀ ਆਪਾਂ ਜਦੋਂ ਸਨੇਕ ਐਂਡ ਲੈਡਰ ਖੇਡਦੇ ਹੁੰਦੇ ਆ ਸਨੇਕ ਐਂਡ ਲੈਡਰ ਮੈਨੇ ਸੱਪ ਸੀੜੀ ਵਾਲੀ ਗੇਮ ਖੇਡਦੇ ਆ ਆਪਣੀ ਜਿਹੜੀ DTG ਆ ਉਹ 98 ਤੇ ਪਈ ਹੋਈ ਹੁੰਦੀ ਹੈ 98 ਤੇ ਆਪਾਂ ਨੂੰ ਕਿੰਨੇ ਚਾਹੀਦੇ ਹੁੰਦੇ ਆ 2 ਆਪਾਂ ਬਾਰ-ਬਾਰ ਸਿੱਟਦੇ ਆ D ਤੇ J ਨੂੰ ਲੇਕਿਨ 2 ਹੀ ਨਹੀਂ ਆਉਂਦਾ ਬਾਕੀ ਕੁਝ ਵੀ ਆਈ ਜਾਂਦਾ ਇਹਦਾ ਮਤਲਬ ਹੈ ਤੁਹਾਡਾ ਫੇਵਰਿਟ ਕਿਹੜਾ ਉਸ ਸਮੇਂ 2 ਠੀਕ ਹੈ ਲੇਕਿਨ ਆਈ ਕੋਈ ਹੋਰ ਜਾਂਦਾ ਇਹਦਾ ਮਤਲਬ ਹੈ whenever ਜਦੋਂ ਵੀ ਕੋਈ ਘਟਨਾ ਹੁੰਦੀ ਹੈ ਤਾਂ ਉਹਦੇ ਬਹੁਤ ਸਾਰੇ ਪੋਸੀਬਲ ਪਰਿਣਾਮ ਜਿਹੜੇ ਹੁੰਦੇ ਆ ਰਿਜ਼ਲਟਸ ਹੁੰਦੇ ਆ ਹੋਰ ਸੁਣੋ ਹੋਰ ਐਗਜ਼ਾਮਪਲ ਦਿੰਨੀ ਆ ਕਈ ਵਾਰੀ ਬੱਦਲ ਬਣ ਜਾਂਦੇ ਆ ਬੱਦਲ ਕਲਾਊਡਸ ਆਰ ਇਨ ਦਾ ਸਕਾਈ ਬੱਦਲ ਬਣਦੇ ਆ ਤਾਂ ਉਹਦੀ ਕੀ ਪੋਸੀਬਿਲਿਟੀ ਹੋ ਸਕਦੀ ਹੈ ਮੀਂਹ ਪੈ ਵੀ ਸਕਦਾ ਤੇ ਮੀਂਹ ਨਹੀਂ ਵੀ ਪੈ ਸਕਦਾ ਇਹ ਤਾਂ ਹੋ ਗਏ ਕੁੱਲ ਪਰਿਣਾਮ ਵੀ ਪੋਸੀਬਲ ਕੀ ਹੈ ਮੀਂਹ ਆ ਵੀ ਸਕਦਾ ਤੇ ਮੀਂਹ ਜਿਹੜਾ ਉਹ ਨਹੀਂ ਵੀ ਆ ਸਕਦਾ ਹੁਣ ਜੇ ਤਾਂ ਤੁਸੀਂ ਹੈਗੇ ਹੋ ਸਕੂਲ ਆਉਣ ਵਾਲੇ ਟਾਈਮ 'ਚ ਮਤਲਬ ਕਿ 9 ਵੱਜਣ ਵਾਲੇ ਆ ਤੇ 8:30 ਹੋਏ ਆ ਤੇ ਬੱਦਲ ਆਕਾਸ਼ 'ਚ ਹੈ ਤੇ ਤੁਸੀਂ ਕੀ ਕਹੋਗੇ ਮੀਂਹ ਪੈ ਜਾਵੇ ਤੁਸੀਂ ਕਹੋਗੇ ਮੀਂਹ ਪੈ ਜਾਵੇ ਤਾਂ ਕਿ ਸਕੂਲ ਨਾ ਜਾਣਾ ਪਵੇ ਤੁਹਾਡਾ ਤਾਂ ਅਨੁਕੂਲ ਇਹ ਹੋ ਗਿਆ ਪਰਿਣਾਮ ਇਹਦਾ ਮਤਲਬ ਹੈ ਵੀ ਕੋਈ ਵੀ ਚੀਜ਼ ਹੋਊਗੀ ਤਾਂ ਉਹਦੇ ਜਿਹੜੇ ਪੋਸੀਬਲ ਰਿਜ਼ਲਟਸ ਹੈ ਉਹ ਤਾਂ ਬਹੁਤ ਸਾਰੇ ਹੁੰਦੇ ਆ ਲੇਕਿਨ ਸਾਰੇ ਦੇ ਸਾਰੇ ਆਪਣੇ ਫੇਵਰੇਟ ਨਹੀਂ ਹੁੰਦੇ ਆਪਣਾ ਤਾਂ ਕੋਈ ਇੱਕ ਹੀ ਫੇਵਰੇਟ ਹੁੰਦਾ ਠੀਕ ਹੈ ਇਹਦੇ ਨਾਲ ਹੀ ਹੋਰ ਵੀ ਹੈ ਹੋਰ ਐਗਜ਼ਾਮਪਲ ਦਿੰਨੀ ਆ ਆਪਾਂ ਕਾਰਡਸ ਪਲੇਇੰਗ ਕਾਰਡਸ ਤਾਸ਼ ਹੁੰਦੀ ਹੈ ਨਾ ਜਿਹੜੀ ਤਾਸ਼ ਦੀ ਗੁੱਟੀ ਹੁੰਦੀ ਹੈ ਇੱਕ ਬੰਡਲ ਹੁੰਦਾ ਉਹ 'ਚ 52 ਕਾਰਡਸ ਹੁੰਦੇ ਆ ਕਿੰਨੇ ਪੱਤੇ ਹੁੰਦੇ ਉਹਦੇ 'ਚ 52 ਪੱਤੇ ਹੁੰਦੇ ਆ ਜਦੋਂ ਆਪਾਂ ਖੇਡ ਰਹੇ ਹੁੰਦੇ ਆ ਜਾਂ ਆਪਾਂ ਕਈ ਵਾਰੀ ਇਸ ਤਰ੍ਹਾਂ ਨਹੀਂ ਹੁੰਦਾ ਪੁਲਿੰਗ ਦਾ ਕਾਰਡਸ ਇੱਕ ਪੱਤਾ ਖਿੱਚਣ ਵਾਲੀ ਗੇਮ ਖੇਡਦੇ ਆ ਠੀਕ ਹੈ ਫਿਰ ਛੋਟਾ ਪੱਤਾ ਆਉਂਦਾ ਹੈ ਵੱਡਾ ਪੱਤਾ ਆਉਂਦਾ ਹੈ ਮੰਨ ਲਓ ਮੈਨੂੰ 2 ਚਾਹੀਦਾ ਹੈ ਇਹਦਾ ਮਤਲਬ ਪੱਤੇ ਟੋਟਲ ਕਿੰਨੇ ਆ 52 52 ਪਰ ਤੁਹਾਡਾ ਫੇਵਰਿਟ
ਕਿਹੜਾ ਵਾ ਇੱਕ ਹੀ ਹੈ ਵੀ ਉਹ ਦੁੱਕੀ ਆ ਜਾਵੇ ਜਾਂ ਵਟਐਵਰ। ਅੰਡਰਸਟੈਂਡ ਮੇਰਾ ਓਵਰਆਲ ਕਹਿਣ ਦਾ ਮਤਲਬ ਕੀ ਆ? ਸੰਭਾਵਨਾ ਕੀ ਚੀਜ਼ ਹੈ? ਸੰਭਾਵਨਾ ਪ੍ਰੋਬੇਬਿਲਿਟੀ ਕੀ ਚੀਜ਼ ਹੈ ਕਿ ਜਦੋਂ ਵੀ ਅਸੀਂ ਕੋਈ ਕੰਮ ਕਰਦੇ ਹਾਂ ਜਾਂ ਕੋਈ ਵੀ ਘਟਨਾ ਜਿਹੜੀ ਹੈ ਉਹ ਹੁੰਦੀ ਹੈ ਤਾਂ ਉਹਦੇ ਬਹੁਤ ਸਾਰੇ ਸੰਭਵ ਪੋਸੀਬਲ ਰਿਜ਼ਲਟਸ ਹੁੰਦੇ ਆ, ਪਰਿਣਾਮ ਹੁੰਦੇ ਆ। ਉਹਨਾਂ ਨੂੰ ਤਾਂ ਕਿਹਾ ਜਾਂਦਾ ਹੈ ਕੁੱਲ ਪਰਿਣਾਮਾਂ ਦੀ ਸੰਖਿਆ, ਯਾਨੀ ਕਿ ਟੋਟਲ ਨੰਬਰ ਆਫ ਕੇਸਿਸ, ਨੰਬਰ ਆਫ ਟੋਟਲ ਕੇਸਿਸ। ਬਟ ਤੁਹਾਡਾ ਫੇਵਰਿਟ ਕਿਹੜਾ ਹੁੰਦਾ ਹੈ? ਤੁਹਾਡਾ ਫੇਵਰਿਟ ਕੋਈ ਮੰਨ ਲਓ ਇੱਕ ਹੈਗਾ ਤਾਂ ਇਹਦਾ ਮਤਲਬ ਹੈ ਉਹ ਕਿਹੜਾ ਹੁੰਦਾ ਹੈ? ਅਨੁਕੂਲ ਪਰਿਣਾਮਾਂ ਦੀ ਸੰਖਿਆ। ਠੀਕ ਹੈ, ਪ੍ਰੋਬੇਬਿਲਿਟੀ ਬਾਰੇ ਖਾਸ ਗੱਲ ਕੀ ਹੈ? ਸਭ ਤੋਂ ਇੰਪੋਰਟੈਂਟ ਚੀਜ਼ਾਂ ਹੁਣ ਮੈਂ ਲਿਖਣ ਜਾ ਰਹੀ ਹਾਂ। ਸਭ ਤੋਂ ਪਹਿਲਾਂ ਤਾਂ ਕੋਈ ਵੀ ਜਿਹੜੀ ਘਟਨਾ ਹੁੰਦੀ ਹੈ ਜਿਹਨੂੰ ਆਪਾਂ ਕੀ ਕਹਿ ਦਿੰਦੇ ਆ? ਇਵੈਂਟ ਕਹਿ ਦਿੰਦੇ ਆ। ਕੋਈ ਵੀ ਇਵੈਂਟ ਮਤਲਬ ਆਪਾਂ ਐਗਜ਼ਾਮ ਦਿੱਤੇ, ਇਹ ਵੀ ਇਵੈਂਟ ਹੈ। ਆਕਾਸ਼ ਵਿੱਚ ਸਕਾਈ ਦੇ ਵਿੱਚ ਕਲਾਊਡਸ ਹੋ ਗਏ ਤਾਂ ਇਹ ਵੀ ਕੀ ਹੈਗੀ ਹੈ? ਇਵੈਂਟ ਹੈ ਇੱਕ ਤਰ੍ਹਾਂ ਦੀ। ਠੀਕ ਹੈ, ਤੁਸੀਂ ਖੇਡ ਰਹੇ ਹੋ ਲੂਡੋ, ਇਹ ਵੀ ਇੱਕ ਘਟਨਾ ਹੀ ਹੈ। ਤਾਂ ਇਹਦਾ ਮਤਲਬ ਹੈ ਉਹ ਕੀ ਹੈਗੀ ਹੈ? ਇੱਕ ਇਵੈਂਟ ਹੈਗੀ ਹੈ। ਇਵੈਂਟ ਮੰਨੇ ਕੀ ਹੈਗੀ ਹੈ? ਘਟਨਾ ਹੈਗੀ ਹੈ। ਠੀਕ ਹੈ, ਜਦੋਂ ਵੀ ਕੋਈ ਇਵੈਂਟ ਹੈਪਨ ਹੋਊਗੀ, ਕੋਈ ਵੀ ਘਟਨਾ ਵਾਪਰੂਗੀ ਤਾਂ ਉਹਦੇ ਬਹੁਤ ਸਾਰੇ ਸੰਭਵ ਪਰਿਣਾਮ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਆ? ਟੋਟਲ ਨੰਬਰ ਆਫ ਕੇਸਿਸ। ਕੀ ਕਹਿੰਦੇ ਆਪਾਂ? ਟੋਟਲ ਨੰਬਰ ਆਫ ਕੇਸਿਸ। ਪੰਜਾਬੀ ਵਿੱਚ ਕਹਿੰਦੇ ਆ ਕੁੱਲ ਪਰਿਣਾਮਾਂ ਦੀ ਸੰਖਿਆ। ਕੀ ਕਹਿੰਦੇ ਆ? ਕੁੱਲ ਪਰਿਣਾਮਾਂ ਦੀ ਸੰਖਿਆ, ਰਾਈਟ। ਲੇਕਿਨ ਕੁੱਲ ਪਰਿਣਾਮਾਂ ਦੀ ਸੰਖਿਆ, ਓਕੇ। ਲੇਕਿਨ ਉਸ ਤੋਂ ਬਾਅਦ ਜਿਹੜਾ ਆਪਣਾ ਫੇਵਰਿਟ ਹੁੰਦਾ ਹੈ, ਜੋ ਆਪਾਂ ਚਾਹੁੰਦੇ ਆ ਵੀ ਜੋ ਮੈਂ ਪੇਪਰ ਦੇ ਕੇ ਆਈ ਤਾਂ ਮੈਂ ਚਾਹੂੰਗੀ ਮੈਂ ਕੀ ਹੋ ਜਾਵਾਂ? ਪਾਸ ਹੋ ਜਾਵਾਂ। ਤਾਂ ਆਪਣਾ ਜਿਹੜਾ ਕੇਸ ਹੈਗਾ ਫੇਵਰਿਟ, ਉਹਨੂੰ ਕਹਿੰਦੇ ਆਪਾਂ ਨੰਬਰ ਆਫ ਫੇਵਰਿਟ ਕੇਸਿਸ ਜਾਂ ਫੇਵਰੇਬਲ ਕੇਸਿਸ। ਠੀਕ ਹੈ, ਨੰਬਰ ਆਫ ਫੇਵਰੇਬਲ ਕੇਸਿਸ यानी कि अनुकूल परिणामां दी संख्या। अनुकूल परिणामां दी संख्या, ओके। अंडरस्टैंड। हुण इन्नी गल शायद तुसीं 9th क्लास कीती हो, क्योंकि मैं कंसैप्ट समझाया ते कंसैप्ट 9th क्लास च हैगा वैसे। तो इहदा फार्मूला की हुंदा प्रोबेबिलिटी फाइंड आउट करन दा? प्रोबेबिलिटी फाइंड आउट करन दा प्रोबेबिलिटी ऑफ ई, प्रोबेबिलिटी नूं हमेशा कादे नाल शो कीता जांदा है? P दे नाल शो कीता जांदा है। ठीक है, तो प्रोबेबिलिटी ऑफ E कादे इक्वल हुंदी आ? ऊपर आंदा है नंबर ऑफ फेवरेबल केसेस, नंबर ऑफ फेवरेबल केसेस, ओके। ते नीचे आंदा है नंबर ऑफ टोटल केसेस, नंबर ऑफ टोटल केसेस। पंजाबी दे विच भी ऊपर की आ जाऊगा अनुकूल परिणामां दी संख्या ते बटे च ओवर की आ जाऊगा कुल परिणामां दी संख्या। ये तो होगी कि प्रोबेबिलिटी दा फार्मूला। सिंपल, सब तो सिंपल चैप्टर है पूरे 10th क्लास दे मैथ दे विच, सब तो सौखा भी है, बहुत ईजी है, छोटे छोटे कैलकुलेशंस है। तो नंबर ऑफ फेवरेबल केसेस ओवर टोटल नंबर ऑफ जिहड़े केसेस होंगे तो एक ही बन गया, फार्मूला बन गया। लेकिन तुसी ਇਹਦੇ ਬਾਰੇ ਵਿੱਚੋਂ ਕੁਝ ਗੱਲਾਂ ਯਾਦ ਰੱਖਣੀਆਂ ਨੇ ਜਿਹੜੀਆਂ ਕਿ ਹੁਣ ਮੈਂ ਬੋਰਡ ਤੇ ਲਿਖਣ ਜਾ ਰਹੀ ਹਾਂ। ਬਈ ਜਿਹੜੀ ਪ੍ਰੋਬੇਬਿਲਿਟੀ ਹੁੰਦੀ ਹੈ ਐਕਚੁਅਲ ਦੀ ਵੈਲਿਊ ਕਿੰਨੀ ਹੁੰਦੀ ਹੈ, ਕੀ ਪੋਸੀਬਲ ਹੁੰਦਾ ਹੈ, ਕੀ ਨਹੀਂ ਪੋਸੀਬਲ ਹੁੰਦਾ। ਨਾਓ ਵੀ ਵਿਲ ਡਿਸਕਸ ਦੈਟ। ਹੁਣ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਤੁਹਾਨੂੰ 1 ਮਾਰਕ ਵਿੱਚ ਪੁੱਛੀਆਂ ਵੀ ਜਾ ਸਕਦੀਆਂ ਨੇ, ਸ਼ਾਰਟ ਕੁਐਸਚਨਸ ਹੈ। ਨੰਬਰ 1, ਸਭ ਤੋਂ ਪਹਿਲੀ ਗੱਲ, ਪ੍ਰੋਬੇਬਿਲਿਟੀ ਦੀ ਜਿਹੜੀ ਵੈਲਿਊ ਹੁੰਦੀ ਹੈ ਨਾ, प्रोबेबिलिटी ਜਿਹੜੀ ਹੁੰਦੀ ਹੈ ਉਹਦੀ ਵੈਲਿਊ ਹਮੇਸ਼ਾ 0 ਤੋਂ 1 ਦੇ ਵਿੱਚ ਹੁੰਦੀ ਹੈ। ਇੰਪੋਰਟੈਂਟ ਥਿੰਗ, ਪ੍ਰੋਬੇਬਿਲਿਟੀ ਦੀ ਵੈਲਿਊ ਕਾਦੇ ਵਿੱਚ ਹੁੰਦੀ ਹੈ? 0 ਤੋਂ ਲੈ ਕੇ 1 ਤੱਕ ਹੁੰਦੀ ਹੈ। ਘੱਟ ਤੋਂ ਘੱਟ ਇਹਦਾ ਆਨਸਰ ਕਿੰਨਾ ਆ ਸਕਦਾ ਹੈ? 0। ਤੇ ਵੱਧ ਤੋਂ ਵੱਧ ਇਹਦਾ ਆਨਸਰ ਕਿੰਨਾ ਆ ਸਕਦਾ ਹੈ? 1 ਆ ਸਕਦਾ ਹੈ। ਨਾ 1 ਤੋਂ ਵੱਡਾ ਆਨਸਰ ਆਊਗਾ ਕਦੇ ਵੀ ਪ੍ਰੋਬੇਬਿਲਿਟੀ ਦਾ ਸਮ ਕਰਾਂਗੇ ਤੇ ਨਾ ਹੀ ਕਦੇ 0 ਤੋਂ ਛੋਟਾ ਆਊਗਾ, ਯਾਨੀ ਕਿ ਮਾਈਨਸ ਵਿੱਚ ਕਦੇ ਵੀ ਆਨਸਰ ਇਹਦਾ ਨਹੀਂ ਆਊਗਾ। ਠੀਕ ਹੈ। ਸੈਕੰਡ ਗੱਲ, ਹੁਣ ਆ ਜਾਂਦਾ ਹੈ ਕਿਸੇ ਨਿਸ਼ਚਿਤ ਘਟਨਾ ਦੀ ਸੰਭਾਵਨਾ ਕਿੰਨੀ ਹੁੰਦੀ ਹੈ? ਨਿਸ਼ਚਿਤ ਘਟਨਾ ਦੀ ਸੰਭਾਵਨਾ। ਨਿਸ਼ਚਿਤ ਘਟਨਾ ਕੀ ਹੁੰਦੀ ਆ? ਜਿਹਦਾ ਪਤਾ ਹੀ ਹੁੰਦਾ ਵੀ ਇਹ ਤਾਂ ਹੋਣਾ ਹੀ ਹੋਣਾ, ਇਹ ਤਾਂ ਪੱਕਾ ਪੋਸੀਬਲ ਹੈ, ਇਹ ਤਾਂ ਹੋਗਾ ਹੀ ਹੋਗਾ, ਡੈਫੀਨੇਟਲੀ ਇਟ ਵਿਲ ਹੈਪਨ, ਇਹ ਹੋ ਕੇ ਰਹਿਣਾ। ਉਹਦੀ ਪ੍ਰੋਬੇਬਿਲਿਟੀ ਹਮੇਸ਼ਾ ਕਿੰਨੀ ਹੁੰਦੀ ਆ? 1।
ठीक है, ਜਿਹੜਾ ਪੱਕਾ ਹੀ ਹੈ ਕਿ ਹੋ ਕੇ ਰਹਿਣਾ ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਆ 1। ਥਰਡਲੀ अनिश्चित घटना। अनिश्चित घटना, अनिश्चित घटना मतलब ਜਿਹਦਾ ਪਤਾ ਹੀ ਨਹੀਂ ਵੀ ਹੋਣਾ ਕਿ ਨਹੀਂ ਤਾਂ ਉਹਦੀ ਪ੍ਰੋਬੇਬਿਲਿਟੀ ਕਿੰਨੀ ਹੁੰਦੀ ਹੈ 0, which is not possible ਜਾਂ ਅਨਿਸ਼ਚਿਤ ਹੈ ਤਾਂ ਉਹਦੀ ਕਿੰਨੀ ਹੋਗੀ 0 ਹੋਗੀ। ਠੀਕ ਹੈ, ਉਸ ਤੋਂ ਬਾਅਦ ਇੱਕ ਹੋਰ ਚੀਜ਼ मैं ਤੁਹਾਨੂੰ ਦੱਸਿਆ ਕਿ ਪ੍ਰੋਬੇਬਿਲਿਟੀ ਆਫ E, ਇਹਦਾ ਮਤਲਬ ਹੈ ਕਿਸੇ ਵੀ ਇਵੈਂਟ ਦੇ ਹੋਣ ਦੀ ਪ੍ਰੋਬੇਬਿਲਿਟੀ, ਕਿਸੇ ਵੀ ਇਵੈਂਟ ਦੇ ਹੋਣ ਦੀ ਪ੍ਰੋਬੇਬਿਲਿਟੀ। ਜਦੋਂ ਮੈਂ ਕਹੂੰਗੀ ਪ੍ਰੋਬੇਬਿਲਿਟੀ ਆਫ E ਨॉट, ਜਦੋਂ E ਦੇ ਉੱਪਰ ਬਾਰ ਕਰਕੇ ਆਪਾਂ ਸ਼ੋ ਕਰ ਦਿੰਦੇ ਆ, E ਦੇ ਇੱਥੇ ਆਪਾਂ ਇਸ ਤਰ੍ਹਾਂ ਨਿਸ਼ਾਨ ਪਾ ਦਿੰਦੇ ਆ, ਇਹਦਾ ਕੀ ਮਤਲਬ ਹੈ ਧਿਆਨ ਨਾਲ ਸਮਝ ਲੈ। ਇਹਦਾ ਮਤਲਬ ਹੈ ਕਿਸੇ ਵੀ ਇਵੈਂਟ ਦੇ ਹੋਣ ਦੀ ਸੰਭਾਵਨਾ, ਤੇ ਇਹਦੀ ਕੀ ਹੈ ਕਿਸੇ ਵੀ ਇਵੈਂਟ ਦੇ ਨਾ ਹੋਣ ਦੀ ਸੰਭਾਵਨਾ। ਫॉर एग्जांपल अगर प्रोबेबिलिटी ऑफ E हैगा फेल होने ਦੀ ਸੰਭਾਵਨਾ, एक आदि प्रोबेबिलिटी है मान लो फेल होने ਦੀ ਸੰਭਾਵਨਾ, ਤਾਂ ਇਹਦੇ ਉਲਟ ਆ ਜੂਗੀ, एक आदि है पास होने ਦੀ ਸੰਭਾਵਨਾ। ਤੇ ਜੇਕਰ ਇਹ ਕੀ ਹੈਗਾ ਪਾਸ ਹੋਣ ਦੀ ਸੰਭਾਵਨਾ ਤਾਂ ਆ ਕੀ ਹੋ ਜੂਗੀ फेल होने ਦੀ ਸੰਭਾਵਨਾ, यानी उल्ट है। मतलब ਇਹ ਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਹੈ ਤੇ ਇਹ ਕਿਸੇ ਚੀਜ਼ ਦੇ ਨਾ ਹੋਣ ਦੀ ਸੰਭਾਵਨਾ। ਮੰਨ ਲਓ ਤੁਸੀਂ ਗੇਮ ਖੇਡ ਰਹੇ ਹੋ, ਜੇਕਰ ਇਹ ਜਿੱਤਣ ਦੀ ਸੰਭਾਵਨਾ ਹੈ ਤਾਂ ਇਹ ਕੀ ਹੋ ਜੂਗੀ ਹਾਰਨ ਦੀ ਸੰਭਾਵਨਾ। ਅੰਡਰਸਟੈਂਡ ਕਿ ਨਹੀਂ? ਇਹ ਪ੍ਰੋਬੇਬਿਲਿਟੀ ਆਫ E ਇਜ਼ ਟੂ ਵਿਨ ਦ ਗੇਮ, ਜੇ ਪ੍ਰੋਬੇਬਿਲਿਟੀ ਆਫ E ਹੈਗੀ ਹੈ ਵਿਨਿੰਗ ਦਾ ਗੇਮ, ਗੇਮ ਜਿੱਤਣ ਦੀ ਸੰਭਾਵਨਾ, ਤਾਂ ਪ੍ਰੋਬੇਬਿਲਿਟੀ ਆਫ E ਨॉट, ਇਹਨੂੰ E ਨॉट ਵੀ ਬੋਲ ਦਿੰਦੇ ਆ, ਦਿਸ ਇਜ਼ ਕਾਲਡ ਨॉट, ਇਹਨੂੰ ਨॉट ਬੋਲ ਦਿੰਦੇ ਆ। ਠੀਕ ਹੈ, ਨॉट ਮਤਲਬ ਨਾ ਹੋਣ ਦੀ ਸੰਭਾਵਨਾ। अगर ये जितन दी है तो फिर एक आदि हो जूगी हारन दी संभावना। ओके, एंड एक और फॉर्मूला याद रखना है कि किसी भी इवेंट दे होण दी ते ना होण दी संभावना दा जोड़ हमेशा कितना हुंदा है 1 हुंदा है। बहुत इजी, बहुत इंपॉर्टेंट सिंपल थिंग, किसी भी चीज दे होण दी ते ना होण दी प्रोबेबिलिटी दा जोड़ कितना हुंदा हमेशा 1। क्यों? क्योंकि मैक्सिमम ਇਹਦਾ ਆਨਸਰ ਹੀ ਕਿੰਨਾ ਆ ਸਕਦਾ ਹੈ 1 ਆ ਸਕਦਾ ਹੈ। ਇਹਦਾ ਮਤਲਬ ਇਹ ਹੈ ਕਿ ਜੇ ਤੁਹਾਨੂੰ ਜਿੱਤਣ ਦੀ ਪ੍ਰੋਬੇਬਿਲਿਟੀ ਪਤਾ ਹੈ, ਜੇ ਤੁਹਾਨੂੰ ਜਿੱਤਣ ਦੀ ਪ੍ਰੋਬੇਬਿਲਿਟੀ ਪਤਾ ਹੈ, ਤੁਸੀਂ ਕਾਹਦੀ ਪਤਾ ਕਰਨੀ ਹੈ ਹਾਰਨ ਦੀ, ਤਾਂ ਕੀ ਕਰੋਗੇ ਇਹਨੂੰ ਉਧਰ ਜਾ ਕੇ ਮਾਈਨਸ ਕਰ ਲਓਗੇ। ਜੇ ਆਪਾਂ ਹਾਰਨ ਦੀ ਪ੍ਰੋਬੇਬਿਲਿਟੀ ਪਤਾ ਕਰਨੀ ਹੋਵੇ ਤਾਂ ਕੀ ਕਰਾਂਗੇ 1 ਤੇ ਮਾਈਨਸ ਕੀ ਕਰ ਲਾਂਗੇ ਪ੍ਰੋਬੇਬਿਲਿਟੀ ਆਫ E। ठीक है, यानी कि जे ਆਪਾਂ ਹਾਰਨ ਦੀ ਪ੍ਰੋਬੇਬਿਲਿਟੀ ਪਤਾ ਕਰਨੀ ਹੈ ਤਾਂ ਆਪਾਂ ਨੂੰ ਪਤਾ ਹੀ ਹੈ ਜਿੱਤਣ ਦੀ ਹਾਰਨ ਦੀ ਪ੍ਰੋਬੇਬਿਲਿਟੀ ਦਾ ਜੋੜ ਕਿੰਨਾ ਹੁੰਦਾ ਹੈ 1 ਹੁੰਦਾ ਹੈ। ਤਾਂ ਜੇ ਆਪਾਂ ਨੂੰ ਹੁਣ ਆਪਾਂ ਹਾਰਨ ਦੀ ਪਤਾ ਕਰਨੀ ਹੈ, ਜਿੱਤਣ ਵਾਲੀ ਨੂੰ ਕੀ ਕਰ ਲਾਂਗੇ ਮਾਈਨਸ ਕਰ ਲਾਂਗੇ। ਓਕੇ, ਦੈਟਸ ਆਲ ਫॉर ਦਿਸ ਕਨਸੈਪਟ। ਠੀਕ ਹੈ, ਚੀਜ਼ਾਂ ਯਾਦ ਰੱਖਣੀਆਂ ਨੇ ਕਿ ਇਹ ਪ੍ਰੋਬੇਬਿਲਿਟੀ ਹਮੇਸ਼ਾ 0 ਤੋਂ 1 ਵਿੱਚ ਹੁੰਦੀ ਹੈ। ਪ੍ਰੋਬੇਬਿਲਿਟੀ ਕਦੇ ਨੈਗੇਟਿਵ ਨਹੀਂ ਹੋ ਸਕਦੀ, ਕਦੇ 1 ਤੋਂ ਵੱਡਾ ਆਨਸਰ ਨਹੀਂ ਆ ਸਕਦਾਗਾ। ਨਿਸ਼ਚਿਤ ਘਟਨਾ ਦੀ ਸੰਭਾਵਨਾ 1 ਹੁੰਦੀ ਹੈ, ਅਨਿਸ਼ਚਿਤ ਘਟਨਾ ਦੀ ਸੰਭਾਵਨਾ 0 ਹੁੰਦੀ ਹੈ। E ਤੇ E ਨॉट ਦਾ ਜੋੜ ਹਮੇਸ਼ਾ ਕਿੰਨਾ ਹੁੰਦਾ ਹੈ 1 ਹੁੰਦਾ ਹੈ। ਇਹ ਹੁੰਦੀ ਹੈ ਕਿਸੇ ਚੀਜ਼ ਦੇ ਹੋਣ ਦੀ ਪ੍ਰੋਬੇਬਿਲਿਟੀ ਤੇ ਇਹ ਹੁੰਦੀ ਹੈ ਕਿਸੇ ਚੀਜ਼ ਦੇ ਨਾ ਹੋਣ ਦੀ ਪ੍ਰੋਬੇਬਿਲਿਟੀ। ਓਕੇ, ਠੀਕ ਹੈ, ਚਲੋ ਨੈਕਸਟ ਕਰਦੇ ਹਾਂ। ਚੈਨਲ ਸਬਸਕ੍ਰਾਈਬ ਕਰ ਦਿਓ ਜੀ। ਹੁਣ ਆਪਾਂ ਸਿੰਪਲ ਜੇ ਸਮ ਕਰਦੇ ਹਾਂ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਸਮ ਕਰਦੇ ਹਾਂ ਕੁਆਇਨ ਦਾ। ਕੁਆਇਨ, ਠੀਕ ਹੈ, ਕੁਆਇਨ ਸਿੱਕਾ, ਰੁਪਈਆ 2 ਰੁਪਏ 5 ਰੁਪਏ ਕੁਆਇਨ ਹੁੰਦਾ ਨਾ, ਕੁਆਇਨ ਹੁੰਦਾ। ਠੀਕ ਹੈ, ਤਾਂ ਕੁਆਇਨ ਦੇ ਵਿੱਚ ਦੋ ਸਾਈਡਸ ਹੁੰਦੀਆਂ ਨਾ, ਇੱਕ ਹੈਡ ਹੁੰਦਾ ਤੇ ਇੱਕ ਟੇਲ। ਹੈਡ ਤੇ ਟੇਲ ਜਿਹਨੂੰ ਤੁਸੀਂ ਪੰਜਾਬੀ ਚ ਕੀ ਕਹਿੰਦੇ ਹੁੰਦੇ ਹੋ ਸ਼ੇਰ ਦੇ ਚੈਨ। ਹੁਣ ਤਾਂ ਜ਼ਮਾਨਾ ਖਤਮ ਹੋ ਗਿਆ ਸ਼ੇਰ ਚੈਨ ਕਹਿਣ ਵਾਲਾ, ਹੁਣ ਤਾਂ ਹੈਡ ਐਂਡ ਟੇਲ ਹੀ ਕਹਿੰਦੇ ਆ। ਤੁਸੀਂ ਇਹ ਚੀਜ਼ ਸਭ ਤੋਂ ਜ਼ਿਆਦਾ ਪਤਾ ਕਿੱਥੇ ਦੇਖੀ ਹੋਊਗੀ? ਜਦੋਂ ਕ੍ਰਿਕਟ ਮੈਚ ਹੁੰਦਾ ਆਪਾਂ ਐਵੇਂ ਕਰਦੇ ਹੁੰਦੇ ਆ, ਜਦੋਂ ਖੇਡਦੇ ਹੁੰਦੇ ਸੀ ਆਪਾਂ ਇੰਜ ਪੁੱਗਦੇ ਹੁੰਦੇ ਸੀਗੇ। ਠੀਕ ਹੈ, ਤਾਂ ਉਹ ਵੀ ਤਾਂ ਉਹੀ ਚੀਜ਼ ਹੈ, ਉਹੀ ਚੀਜ਼ ਹੈ। ਮੇਰਾ ਫੇਵਰੇਟ ਹੈ ਮੰਨ ਲਓ ਆਹ ਵਾਲਾ, ਹੜਾ ਆ ਜਾਂਦਾ ਹੈ ਯਾਨੀ ਕਿ ਮੈਂ ਲॉस ਕਰ ਗਈ, ਜੇ ਆਹੀ ਹੋ ਜਾਂਦਾ ਤਾਂ ਮੈਂ ਜਿੱਤ ਗਈ। ਦਿਸ ਇਜ਼ ਇਟ। ਠੀਕ ਹੈ, ਤਾਂ ਹੈਡ ਐਂਡ ਟੇਲ, ਕੁਆਇਨ ਦੇ ਉੱਤੇ ਇੱਕ ਹੈਡ ਹੁੰਦਾ ਇੱਕ ਟੇਲ ਹੁੰਦੀ ਆ। ਤੇ ਜਦੋਂ ਆਪਾਂ ਉਹ ਕੁਆਇਨ ਨੂੰ ਫਲਿਪ ਕਰਦੇ ਆ, ਜਦੋਂ ਮੈਚ ਖੇਡਦੇ ਆ ਕ੍ਰਿਕਟ ਮੈਚ, ਤਾਂ ਟੀਮਾਂ ਟਾਸ ਕਰਦੀਆਂ ਤਾਂ ਮੰਨ ਲਓ ਵਿਰਾਟ ਕੋਹਲੀ ਕਹਿੰਦਾ ਹੈਡ, ਹੈਡਸ ਬੋਲਦੇ ਵੈਸੇ ਹੈਡਸ ਐਂਡ ਟੇਲਸ, ਵਿਰਾਟ ਕੋਹਲੀ ਕਹਿੰਦਾ ਹੈਡਸ। ਠੀਕ ਹੈ, ਤੇ ਆ ਕੀ ਜਾਂਦਾ ਟੇਲਸ। ਇਹਦਾ ਮਤਲਬ ਵਾਰੀ ਕਿਹਦੀ ਆਊਗੀ? ਜੇ ਆਸਟ੍ਰੇਲੀਆ ਨਾਲ ਮੈਚ ਹੈ ਤਾਂ ਉਹਨਾਂ ਦੀ ਪਹਿਲਾਂ ਵਾਰੀ ਆ ਜਾਊਗੀ। ਦੈਟਸ ਇਟ।
यानी कि वही उन्हें पॉसिबल केसेस दो सीगे हेड्स ते टेल लिसन टू मी ਵੀ ਹੈਡਸ ਐਂਡ ਟੇਲਸ ਦੇ ਵਿੱਚ ਪੋਸੀਬਲ ਕੇਸਿਸ ਦੋ ਸੀਗੇ ਤੇ ਵਿਰਾਟ ਕੋਹਲੀ ਦਾ ਫੇਵਰਿਟ ਕਿਹੜਾ ਸੀਗਾ ਹੈਡਸ ਤੇ ਆ ਗਿਆ ਕੀ ਟੇਲਸ ਠੀਕ ਹੈ ਤਾਂ ਮਤਲਬ ਆਪਾਂ ਕੁਆਇਨ ਦਾ ਕੁਐਸਚਨ ਕਰਨ ਜਾ ਰਹੇ ਹਾਂ ਕਿ when a coin is thrown when ਪੰਜਾਬੀ ਚ ਸਟੇਟਮੈਂਟ ਤੁਹਾਨੂੰ ਸਕਰੀਨ ਤੇ ਹੀ ਮਿਲੂਗੀ when a coin is thrown ਚਾਨਣ ਹੈਗਾ ਹਾਂਜੀ when a coin is thrown then find the probability of getting a head बहुत सिंपल सिंपलेस्ट सवाल है कि ਜਦੋਂ ਇੱਕ ਕੁਆਇਨ ਸਿੱਟਿਆ ਜਾਂਦਾ ਹੈ ਹੈਡ ਆਉਣ ਦੀ ਸੰਭਾਵਨਾ ਪਤਾ ਕਰੋ ਠੀਕ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਕੀ ਲਿਖੀਦਾ ਜਦੋਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਪਹਿਲਾਂ ਲਿਖੀਦਾ ਹੈ ਪੋਸੀਬਲ ਕੇਸਿਸ यानी कि संभव परिणामों की संख्या ठीक है संभव हिंदी पंजाबी च लिखिए संभव परिणाम केड़े केड़े देखो हेड आ सकता है ते होर की आ सकता है टेल आ सकता है ठीक है की आ सकता है हेड आ सकता है ते टेल आ सकता है ਇਹਦਾ मतलब हो गया कुल परिणामों की संख्या कितनी होगी फिर दो ही होगी क्योंकि कॉइन सिੱਟਣ ਤੇ आ की सकता है हेड ते टेल मतलब कुल परिणामों की संख्या कितनी होगी 2 ਤੇ ਆਣਾ ਕੀ ਚਾਹੀਦਾ ਚਾਹਨੇ ਕਿਉਂ ਤੁਸੀਂ हेड आना चाहिए यानी ਤੁਹਾਡਾ ਫੇਵਰਿਟ ਕਿਹੜਾ ਸਿਰਫ ਇੱਥੇ हेड ਇਹਦਾ मतलब है अनुकूल परिणामों की संख्या अनुकूल परिणामों की संख्या ਤਾਂ अनुकूल परिणामों की संख्या ਕਿਹੜੀ ਹੋਗੀ ਫਿਰ 1 क्योंकि टोटल ਤਾਂ केस कितने ਹੈਗੇ ਆ 2 है लेकिन ਤੁਹਾਡਾ ਫੇਵਰਿਟ ਕਿਹੜਾ ਇਹਦੇ ਵਿੱਚੋਂ ਹੈ ਕੱਲਾ ਹੈਡ ਹੈ ਯਾਨੀ ਗਿਣਤੀ ਕਿੰਨੀ ਉਹਨਾਂ ਦੀ 1 ਇਹਦਾ मतलब है प्रोबेबिलिटी कितनी आ गई फिर फॉर्मूला स्क्रीन पे देखो मैं सीधा आंसर लिख रही हूं ऊपर की आ जाएगा अनुकूल परिणामों की संख्या यानी कि 1 ते नीचे की आ जाएगा कुल परिणामों की संख्या यानी कि 2 दिस इज द आंसर ठीक है सो सिंपल इट इज ठीक है सम इज नॉट डिफिकल्ट ਤੁਸੀਂ ਸਿਰਫ ਇਹ ਦੇਖਣਾ ਹੈ ਕੁੱਲ परिणाम ਕਿਹੜੇ ਹੈ ਉਹਨਾਂ ਦੀ ਗਿਣਤੀ ਕਿੰਨੀ ਹੈ 2 ਹੋਗੀ ਤੁਹਾਡਾ ਫੇਵਰਿਟ ਕਿਹੜਾ ਹੈ ਉਹ ਇੱਕ ਹੀ ਹੈਗਾ ਤਾਂ ਆਨਸਰ ਕਿੰਨਾ ਆ ਗਿਆ ਉੱਪਰ अनुकूल परिणामों की संख्या बटा कुल परिणामों की संख्या ठीक है कट्टो एक ओके ਤਾਂ ਵੈਸੇ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਕਿ ਜ਼ਿੰਦਗੀ ਸਫਲ ਕਿਹੜੇ ਇਨਸਾਨ ਹੁੰਦੇ ਪਤਾ ਤੁਹਾਨੂੰ ਇਸ ਗੱਲ ਦਾ ਸਿਰਫ ਕਿਹੜੇ ਇੱਕ ਮਿਹਨਤ ਕਰਨ ਵਾਲੇ ਠੀਕ ਹੈ ਮਿਹਨਤ ਕਰਨ ਵਾਲੇ ਤੇ ਡਿਸਪਲਿਨ ਚ ਮਿਹਨਤ ਕਰਨ ਵਾਲੇ ਇਹ ਨਹੀਂ ਕਿ ਜਿਨ੍ਹਾਂ ਨੇ ਕਦੇ ਮਿਹਨਤ ਕਰ ਲਈ ਤੇ ਕਦੇ ਬਸ ਬਹਿ ਗਏ ਠੀਕ ਹੈ 365 ਦਿਨਾਂ ਚੋਂ 5 ਦਿਨ ਮਿਹਨਤ ਕਰ ਲਈ 360 ਦਿਨ ਮੌਜਾਂ ਕਰ ਲਈਆਂ ਉਹ ਨਹੀਂ ਸਫਲ ਹੁੰਦੇ ਯਾਨੀ ਕਿ ਜਿਹੜਾ ਸਫਲ ਹੋਣ ਦਾ ਜਿਹੜਾ ਮੂਲ ਮੰਤਰ ਹੈ ਉਹ ਕੀ ਹੈ ਹਾਰਡ ਵਰਕ ਹੈ ਪਰ ਇਮਾਨਦਾਰੀ ਨਾਲ ਕੀਤਾ ਹੋਇਆ ਹਾਰਡ ਵਰਕ ਹੈ ਜਿਹਦੇ ਵਿੱਚ ਤੁਸੀਂ ਪੂਰੀ ਤਰ੍ਹਾਂ ਦੇ ਨਾਲ ਡਿਸਪਲਿਨਡ ਵੇ ਦੇ ਵਿੱਚ ਰਹਿ ਕੇ ਕੀ ਕਰਦੇ ਹੋ ਹਾਰਡ ਵਰਕ ਇਹ ਨਹੀਂ ਕਿ ਮੈਮ ਨੇ ਅੱਜ ਸਾਨੂੰ ਜ਼ਬਰਦਸਤੀ ਜਾਂ ਸਖਤੀ ਨਾਲ ਕਿਹਾ ਪੜ੍ਹਨ ਲਈ ਅਸੀਂ ਪੜ੍ਹ ਲਾਂਗੇ ਤੇ ਜਿੱਦਣ ਉਹਨਾਂ ਨੇ ਕਿਹਾ ਨਹੀਂ ਹੈਗਾ ਤਾਂ ਅਸੀਂ ਪੜ੍ਹਾਂਗੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਹਾਂ कि चैनल के उत्ते मैथ्स का फुल सिलेबस हो चुका हुआ है तुसी वारी-वारी उन्होंने करते रहो इफ यू वांट टू सक्सीड जे सक्सेसफुल होना है गुड मार्क्स लेने हैं थानू करना ही पैना है ठीक है तो हुण जेहड़ा नेक्स्ट सम आपां करन जा रहे हैं ਉਹ नेक्स्ट सम किहड़ा हैगा सपोज कर लो डाइस इज थ्रोन एक पासा सिੱਟਿਆ ਜਾਂਦਾ ਹੈ ਪੰਜਾਬੀ ਚ ਪਾਸਾ ਹੀ ਲਿਖਿਆ ਹੋਊਗਾ ਜਦੋਂ ਸਟੇਟਮੈਂਟ ਆਊਗੀ ਨਾ ਐਗਜ਼ਾਮ ਦੇ ਵਿੱਚ ਪਾਸਾ ਸ਼ਬਦ ਇਸਤੇਮਾਲ ਕੀਤਾ ਹੋਊਗਾ ਅ ਡਾइस इज थ्रोन डाइस इज थ्रोन एक डीटा पासा सिੱਟਿਆ ਜਾਂਦਾ ਹੈ लूडो ਦਾ ठीक है फाइंड द probability of getting an even number आने की probability पता करो जिन्होंने ये सम समझ आ गया उनको probability समझ आ जाएगी ठीक है सुनो पहला तो लिखो कुल परिणामों की संख्या नंबर ऑफ या टोटल नंबर ऑफ केसेस सॉरी नॉट नंबर ऑफ केसेस टोटल केसेस या टोटल पॉसिबल केसेस केड़े-केड़े हैं थानू पता कि जदों तुसी एक डाइस थ्रो कर रहे हो जदों तुसी एक डीटा जिहा सिੱਟ रहे हैगे हो तो की आ सकदा 1 आ सकदा 2 भी आ सकदा 3 भी 4 भी 5 भी ते
6 ਵੀ ਆ ਸਕਦਾ। ਠੀਕ ਹੈ, ਧਿਆਨ ਇੱਧਰ ਹੀ ਹੋਣਾ ਚਾਹੀਦਾ ਤੁਹਾਡਾ। ਤਾਂ ਇਹ ਸਾਰਾ ਕੁਝ ਜਿਹੜਾ ਹੈ ਪੋਸੀਬਲ ਹੈਗਾ। ਠੀਕ ਹੈ, ਇਹਦਾ ਮਤਲਬ ਹੈ ਨੰਬਰ ਆਫ ਟੋਟਲ ਕੇसेस, टोटल केस कितने हो गए 1 2 3 4 5 6 हो गए। ठीक है, लेकिन ਤੁਹਾਡੇ ਫੇਵਰਿਟ ਕਿਹੜੇ ਆ ਇੱਥੇ ਪੜੋ। फाइंड द प्रोबेबिलिटी ऑफ गेटिंग एन ईवन नंबर। ईवन नंबर आना चाहिए, ईवन नंबर। ईवन नंबर, ईवन नंबर ਕਿਹੜਾ ਹੁੰਦਾ? ईवन ਹੁੰਦਾ ਹੈ ਸਮ ਸੰਖਿਆ। ठीक है, सम संख्या ਕਿਹੜੀ ਹੁੰਦੀ ਹੈ? ਜਿਹੜੀ 2 ਤੇ ਡਿਵਾਈਡ ਹੋ ਜਾਂਦੀ ਹੈ। 2 4 6 8 10। ਧਿਆਨ ਇੱਧਰ ਰੱਖੋ। ਈਵਨ ਨੰਬਰ ਕਿਹੜਾ ਹੁੰਦਾ ਹੈ? ਸਮ ਸੰਖਿਆ ਕਿਹੜੀ ਹੁੰਦੀ ਆ? ਜਿਹੜੀ 2 ਤੇ ਡਿਵਾਈਡ ਹੋ ਜਾਂਦੀ ਆ, ਯਾਨੀ ਕਿ ਜਿਹੜੇ 2 ਦੇ ਟੇਬਲ ਚ ਆਉਂਦੀ ਆ 2 4 6 8 10 ਐਂਡ ਸੋ ਔਨ। ਹੁਣ ਤੁਸੀਂ ਇਹ ਦੇਖੋ ਕਿ ਫਿਰ ਫੇਵਰੇਬਲ ਕੇਸਿਸ ਕਿਹੜੇ ਹੋਗੇ ਤੁਹਾਡੇ? ਫੇਵਰੇਬਲ ਕੇਸਿਸ ਯਾਨੀ ਮਨਪਸੰਦ ਕੇਸ ਕਿਹੜੇ ਇਹਦੇ ਚੋਂ? ਆਹ ਵਾਲਾ ਤੇ ਆਹ ਵਾਲਾ, ਕਿਉਂਕਿ ਇਹੀ ਸਿਰਫ ਈਵਨ ਨੰਬਰ ਹੈ, ਬਾਕੀ ਤਾਂ ਔਡ ਨੰਬਰ ਹੈ। ਇਹਦਾ ਮਤਲਬ ਹੈ ਫੇਵਰੇਬਲ ਹੋ ਗਏ 2 4 ਤੇ 6। ਇਹਨਾਂ ਦੀ ਗਿਣਤੀ ਕਿੰਨੀ ਹੋਗੀ? ਨੰਬਰ ਆਫ, ਇਹ ਤਾਂ ਮੈਂ ਲਿਖਿਆ ਹੈ ਨਾ ਵੀ ਫੇਵਰਿਟ ਕਿਹੜੇ ਕਿਹੜੇ ਆ, ਗਿਣਤੀ ਤਾਂ ਨਹੀਂ ਕੀਤੀ ਹਜੇ ਮੈਂ। ਗਿਣਤੀ ਕਰੋ। ਨੰਬਰ ਆਫ ਫੇਵਰੇਬਲ ਕੇਸਿਸ, ਫੇਵਰੇਬਲ ਕੇਸਿਸ ਕਿੰਨੇ ਹੋ ਗਏ? ਫਿਰ ਕਿੰਨੇ ਹੋ ਗਏ? 1 2 ਤੇ 3। ਅੰਡਰਸਟੈਂਡ? ਓਕੇ, ਕੀ ਹੋਇਆ? ਟੋਟਲ ਪੋਸੀਬਲ ਕੇਸਿਸ ਲਿਖ ਲੈ ਕਿਹੜੇ ਕਿਹੜੇ ਆ। ਜੋ ਡਾਈ ਸਿੱਟੀ ਜਾਂਦੀ ਆ ਉਹਨਾਂ ਨੂੰ ਗਿਣ ਲਿਆ, ਗਿਣਤੀ ਕਿੰਨੀ ਉਹਨਾਂ ਦੀ? 6 ਹੈਗੀ ਆ। ਹੁਣ ਆਪਾਂ ਕੀ ਚਾਹੁੰਦੇ ਆ? ਆਪਾਂ ਚਾਹੁੰਦੇ ਸੀ ਕਿਹੜਾ ਨੰਬਰ ਆਣਾ ਚਾਹੀਦਾ? ਈਵਨ ਨੰਬਰ। ਈਵਨ ਨੰਬਰ ਕਿਹੜੇ ਕਿਹੜੇ ਆ? 2 4 ਤੇ 6। ਠੀਕ ਹੈ, ਤਾਂ ਫਿਰ ਫੇਵਰੇਬਲ ਕਿੰਨੇ ਹੋ ਗਏ? ਗਿਣ ਲਓ, 3 ਹੋ ਗਏ। ਤਾਂ ਫਿਰ ਪ੍ਰੋਬੇਬਿਲਿਟੀ ਕਿੰਨੀ ਆ ਗਈ? ਫਾਰਮੂਲਾ ਸਕਰੀਨ ਤੇ ਦੇਖੋ, ਆंसर ਇੱਥੇ ਦੇਖੋ। तो ਇੱਥੇ ਉੱਪਰ ਕੀ ਆ ਜਾਊਗਾ? ਫੇਵਰੇਬਲ ਕੇਸਿਸ, ਨੀਚੇ ਕੀ ਆ ਜਾਊਗਾ? टोटल नंबर ऑफ केसेस। 3 1s are 3, 3 2s are 6। आंसर कितना आ गया? 1/2 आ गया। तो एक तो छोटा ही आया, आधा ही आया, 0.5 आ गया। ठीक है, अंडरस्टैंड कीती गल मेरी? ਇਹਦਾ ਮਤਲਬ ਹੈ ਕਿ 0 ਤੋਂ 1 ਦੇ ਵਿੱਚ ਹੀ ਆਨਸਰ ਆਇਆ। ਹੁਣ ਡਿਸਕ੍ਰਿਪਸ਼ਨ ਬਾਕਸ ਤੁਹਾਨੂੰ ਕਿਹੜੇ ਸਮ ਮਿਲਣ ਜਾ ਰਹੇ ਜਿਹੜੇ ਮੈਂ ਹੁਣ ਬੋਲਣ ਲੱਗੀ ਆ। ਮੈਂ ਈਵਨ ਨੰਬਰ ਦਾ ਸਮ ਕਰਾਇਆ, ਇੱਕ ਪ੍ਰੋਬੇਬਿਲਿਟੀ ਪਤਾ ਕਰਨੀ ਔਡ ਦੀ, एक प्रोबेबिलिटी पता करनी हैगी है ਜਿਹੜੇ 4 ਦੇ ਟੇਬਲ ਚ ਆਉਂਦੇ, ਇੱਕ ਪ੍ਰੋਬੇਬਿਲਿਟੀ ਪਤਾ ਕਰਨੀ ਹੈ ਜਿਹੜੇ 6 ਤੋਂ ਘੱਟ ਦੇ ਨੰਬਰਾਂ ਦੀ, ਇੱਕ ਪ੍ਰੋਬੇਬਿਲਿਟੀ ਪਤਾ ਕਰਨੀ ਹੈ 6 ਤੋਂ ਜ਼ਿਆਦਾ ਦੇ ਨੰਬਰਾਂ ਦੀ, ਇੱਕ ਪ੍ਰੋਬੇਬਿਲਿਟੀ ਪਤਾ ਕਰਨੀ ਹੈ 2 ਤੋਂ ਲੈਸਰ ਨੰਬਰਸ ਦੀ, ਇੱਕ ਪ੍ਰੋਬੇਬਿਲਿਟੀ ਪਤਾ ਕਰਨੀ ਹੈ 2 ਤੋਂ ਗ੍ਰੇਟਰ ਨੰਬਰ ਦੀ। ਠੀਕ ਹੈ, ਤਾਂ ਇਹ ਸਾਰੇ ਸਮਸ ਜਿਹੜੇ ਹੈ ਤੁਸੀਂ ਐਕਸਟਰਾ ਕਰਨੇ ਹੋਣਗੇ ਜਿਹੜੇ ਕਿ ਡਾਈਸ ਦੇ ਉੱਪਰ ਡਿਪੈਂਡ ਕਰਦੇ ਹੈਗੇ ਆ। ਤਾਂ ਓਕੇ ਬੇਟੇ, ਉਮੀਦ ਕਰਦੀ ਆ ਤੁਹਾਨੂੰ ਅੱਜ ਦਾ ਟੌਪਿਕ ਜਿਹੜਾ ਹੈਗਾ ਇਹ ਈਜ਼ੀ ਹੈ। ठीक है, इंटरेस्टिंग है। इन्ने छोटे छोटे तो सम है, आह लिखना है तो ओवर कर देना, कैलकुलेशन तो है ही नहीं ओवर च। बस इन्ना याद रखिया जी, हमेशा बड़ा नंबर नीचे ही आना है ते छोटा नंबर ऊपर आना है, ताई आंसर एक या एक तो छोटा आऊगा। राइट, चलो इतने जाने जाने गल पूछ लैनी आ। जे मैं थानू इतने कहां 0 आने की प्रोबेबिलिटी पता करो, 0 आने की, फिर की करोगे? 0 है इतने, तो फिर इतने कितना आ जाऊगा ऊपर? 0 आ जाऊ। 0 भी 0 था है ही नहीं, नंबर फेवरेबल केसेस था है ही नहीं के। ਇਹਦਾ मतलब फेवरेबल केसेस कितने हैं? अ बिग 0। तो 0/6 आंसर की आ जाऊगा 0। ਇਹਦਾ मतलब है वो अनिश्चित घटना तो है ही नहीं, इस करके उसका आंसर भी की आ गया अंडा 0 आ गया। ओके, तो ठीक है, फिर उम्मीद करदी हां ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੀ ਹੋਊਗੀ। ਰੋਣ ਵਰਗਾ ਮੂੰਹ ਬਣਾ ਕੇ ਨਾ ਬੈਠਿਆ ਕਰੋ ਕਲਾਸ ਦੇ ਵਿੱਚ। ਆਲਵੇਸ ਸਮਾਈਲ, ਜਿਹੜੇ ਹੱਸਦਿਆਂ ਦੇ ਘਰ ਹੀ ਵਸਦੇ ਹੁੰਦੇ ਆ। ਠੀਕ ਹੈ, ਖੁਸ਼ ਰਹਿਣ ਵਾਲਾ ਬੰਦਾ ਹੁੰਦਾ ਨਾ ਜ਼ਿੰਦਗੀ 'ਚ, ਉਹ ਬਹੁਤ ਕੁਝ ਗੈਟ ਕਰ ਲੈਂਦਾ, ਬਹੁਤ ਕੁਝ ਗੇਨ ਕਰ ਲੈਂਦਾ। ਠੀਕ ਹੈ, ਤਾਂ ਮੈਂ ਤੁਹਾਨੂੰ ਹਮੇਸ਼ਾ ਕਹਿੰਦੀ ਆ ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਹੱਸ ਕੇ ਕਰ ਲੈਣੀਆਂ ਨੇ, ਰੋ ਕੇ ਤਾਂ ਫਿਰ ਕਰਨੀਆਂ ਹੀ ਪੈਣੀਆਂ ਨੇ। ਉਹੀ ਚੀਜ਼ਾਂ ਕੀ ਕਰ ਲਈ ਬੰਦਾ ਹੱਸ ਕੇ ਕਰ ਲੈਂਦਾ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਹੈਗਾ। ਹੱਸ ਕੇ ਸਮਝ ਨੂੰ ਕਰ ਲੋਗੇ, ਤੁਸੀਂ ਵੀ ਖੁਸ਼ ਰਹੋਗੇ, ਐਗਜ਼ਾਮੀਨਰ ਵੀ ਖੁਸ਼ ਰਹੂਗਾ, ਮਾਰਕਸ ਵੀ ਵਧੀਆ ਆਉਣਗੇ, ਪੇਰੈਂਟਸ ਵੀ ਖੁਸ਼ ਰਹਿਣਗੇ, ਐਵਰੀਬਡੀ ਵਿਲ ਬੀ ਹੈਪੀ। ओके, चैनल सब्सक्राइब करियो, वीडियो लाइक भी करनी है, कमेंट भी करना है। ठीक है, बाय बाय, टेक केयर, सी यू, मिलते हैं नेक्स्ट वीडियो में।